ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਮਾਇਆ ਮੋਹ ਜਗਤ ਸਬਾਇਆ, ਤ੍ਰੈ ਗੁਣ ਦੀਸੈ ਮੋਹੈ ਮਾਇਆ। ਮਾਇਆ ਮੋਹ ਜਗਤ ਸਬਾਇਆ, ਤ੍ਰੈ ਗੁਣ ਦੀਸੈ ਮੋਹੈ ਮਾਇਆ। ਗੁਰ ਪ੍ਰਸਾਦੀ ਕੋ ਵਿਰਲਾ ਬੂਝੈ, ਚੌਥੈ ਪਦ ਲਿਵ ਲਾਵਣਿਆ। ਹਉ ਵਾਰੀ ਜੀਉ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ। ਹਉ ਵਾਰੀ ਜੀਉ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 129 ਉੱਪਰ ਸੁਭਾਏਮਾਨ ਹਨ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ ਜੀ। ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਮਾਇਆ ਮੋਹ ਜਗਤ ਸਮਾਇਆ, ਤ੍ਰੈ ਗੁਣ ਦੀਸੈ ਮੋਹੇ ਮਾਇਆ। ਮਾਇਆ ਮੋਹ ਜਗਤ ਸਮਾਇਆ, ਤ੍ਰੈ ਗੁਣ ਦੀਸੈ ਮੋਹੇ ਮਾਇਆ। ਗੁਰ ਪ੍ਰਸਾਦੀ ਕੋ ਵਿਰਲਾ ਬੂਝੈ, ਚੌਥੈ ਪਦ ਲਿਵ ਲਾਵਣਿਆ। ਹਉ ਵਾਰੀ ਜੀਉ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ। ਮਾਇਆ ਮੋਹ ਜਲਾਏ, ਸੋ ਹਰਿ ਸਿਉ ਚਿਤ ਲਾਏ। ਹਰਿ ਦਰ ਮਹਿਲੀ ਸ਼ੋਭਾ ਪਾਵਣਿਆ ਰਹਾਉ। ਮਾਇਆ ਮੋਹ ਜਲਾਏ, ਸੋ ਹਰਿ ਸਿਉ ਚਿਤ ਲਾਏ। ਹਰਿ ਦਰ ਮਹਿਲੀ ਸ਼ੋਭਾ ਪਾਵਣਿਆ ਰਹਾਉ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜੋ ਲੜੀਵਾਰ ਚੱਲ ਰਹੀ ਕਥਾ ਮੁਤਾਬਕ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 129 ਉੱਪਰ ਸੁਭਾਏਮਾਨ ਸ਼ਬਦ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਇਹਨਾਂ ਬਚਨਾਂ ਰਾਹੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਗਿਆਨ ਬਖਸ਼ਿਸ਼ ਕਰਦੇ ਹਨ। ਆਓ ਸਰਵਣ ਕਰੀਏ। ਮਾਝ ਮਹੱਲਾ ਤੀਜਾ। ਮਾਇਆ ਮੋਹ ਜਗਤ ਸਬਾਇਆ। ਸਬਾਇਆ ਹੁੰਦਾ ਸਾਰਾ ਹੀ, ਇਹ ਸਾਰਾ ਸੰਸਾਰ ਜਿਹੜਾ ਹੈ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ। ਭਾਵ ਸਾਰਿਆਂ ਉੱਤੇ ਮਾਇਆ ਪਈ ਹੋਈ ਹੈ। ਕੀੜਿਆਂ ਮਕੌੜਿਆਂ ਤੋਂ ਲੈ ਕੇ ਮਨੁੱਖਾਂ ਤੱਕ
ਸਭ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ। ਮਾਇਆ ਤੋਂ ਬਣੀ ਇਹ ਸ੍ਰਿਸ਼ਟੀ ਮਾਇਆ ਦੇ ਪ੍ਰਭਾਵ ਹੇਠਾਂ ਹੀ ਚੱਲਦੀ ਹੈ। ਔਰ ਤ੍ਰੈ ਗੁਣ ਇਹ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ, ਜਿਨ੍ਹਾਂ ਨੂੰ ਹਿੰਦੂ ਮੱਤ ਵਿੱਚ 3 ਦੇਵਤੇ ਮੰਨਿਆ ਗਿਆ ਵੱਡੇ, ਇਹਨਾਂ ਸਾਰਿਆਂ ਦੇ ਉੱਤੇ ਅਕਾਲ ਪੁਰਖ ਪਰਮੇਸ਼ਰ ਹੈ ਜੋ ਮਾਇਆ ਤੋਂ ਰਹਿਤ ਹੈ, ਮਾਇਆ ਤੋਂ ਬਾਹਰ ਹੈ। ਤ੍ਰੈ ਗੁਣ ਦੀਸੈ ਮੋਹੇ ਮਾਇਆ, ਇਹ ਤਿੰਨੇ ਗੁਣ ਰਜੋ ਤਮੋ ਸੁਤ, ਚਾਹੇ ਕੋਈ ਰਾਜਸੀ ਗੁਣਾਂ ਵਿੱਚ ਹੈ, ਅਮੀਰੀ ਵਿੱਚ ਹੈ, ਉਹ 'ਤੇ ਵੀ ਮਾਇਆ ਦਾ ਪ੍ਰਭਾਵ ਹੈ। ਚਾਹੇ ਤਾਮਸੀ ਗੁਣਾਂ ਵਿੱਚ ਹੈ, ਤਮੋ ਗੁਣ ਪ੍ਰਬਲਿਤ ਹੈ, ਉਹ ਵੀ ਮਾਇਆ ਦੇ ਪ੍ਰਭਾਵ ਹੇਠਾਂ ਹੀ ਜਿਉ ਰਿਹਾ ਹੈ। ਤਾਮਸੀ ਅਤੇ ਸੰਤਕੀ ਇਹ ਸਾਰੇ ਹੀ ਮਾਇਆ ਦੇ ਪ੍ਰਭਾਵ ਵਿੱਚ ਹਨ। ਇਹਨਾਂ ਤਿੰਨਾਂ ਗੁਣਾਂ ਤੋਂ ਹੀ ਉਹ 3 ਦੇਵਤੇ ਦੁਨੀਆ ਨੇ ਮੰਨੇ, ਬ੍ਰਹਮਾ, ਵਿਸ਼ਨੂੰ, ਮਹੇਸ਼। ਇਹਨਾਂ ਤਿੰਨਾਂ 'ਤੇ ਵੀ ਮਾਇਆ ਪਈ ਹੈ। ਜਿਸ ਤਰ੍ਹਾਂ ਬ੍ਰਹਮਾ ਨੇ ਗੁਰੂ ਪਿਆਰਿਓ ਮਾਇਆ ਦੇ ਕਾਰਨ ਹੀ ਇਸ ਨੇ ਆਪਣੀ ਹੀ ਧੀ 'ਤੇ ਮੋਹਿਤ ਹੋ ਕੇ ਵਿਸ਼ੇ ਵਿਕਾਰਾਂ ਵਿੱਚ ਪ੍ਰਵਿਰਤ ਹੋਣਾ ਕੀਤਾ। ਇਸੇ ਤਰ੍ਹਾਂ ਹੀ ਕਹਿੰਦੇ ਵਿਸ਼ਨੂੰ 'ਤੇ ਵੀ ਮੋਹ ਮਾਇਆ ਹੈ, ਸ਼ਿਵ 'ਤੇ ਵੀ ਮੋਹ ਮਾਇਆ ਦਾ ਪ੍ਰਭਾਵ ਹੈ, ਪ੍ਰਤਾਪ ਹੈ। ਮਾਇਆ ਮੋਹਿਆ ਮਾਇਆ ਮੋਹੋ ਜਗਤ ਸਵਾਇਆ, ਤ੍ਰੈ ਗੁਣ ਦੀਸੈ ਮੋਹੇ ਮਾਇਆ। ਸਾਰੀ ਸ੍ਰਿਸ਼ਟੀ ਹੀ ਮਾਇਆ ਦੇ ਪ੍ਰਭਾਵ ਹੇਠ ਹੈ, ਪਰ ਕੋਈ ਵਿਰਲਾ ਬਚਿਆ। ਕੌਣ? ਜਿਨ੍ਹਾਂ ਨੇ ਗੁਰੂ ਦੀ ਕਿਰਪਾ ਲੈ ਲਈ। ਗੁਰ ਪ੍ਰਸਾਦੀ ਕੋ ਵਿਰਲਾ ਬੁੱਝੈ, ਚੌਥੇ ਪਦ ਲਿਵ ਲਾਵਣਿਆ, ਜਿਹੜੇ ਇਹਨਾਂ ਤਿੰਨਾਂ ਗੁਣਾਂ ਤੋਂ ਉੱਚੇ ਉੱਠ ਕੇ ਪਰਮੇਸ਼ਰ ਦੀ ਭਗਤੀ ਨਾਲ ਜੁੜ ਗਏ, ਗੁਰੂ ਦੇ ਲੜ ਲੱਗ ਗਏ, ਗੁਰੂ ਦੇ ਦੱਸੇ ਮਾਰਗ 'ਤੇ ਚੱਲ ਪਏ, ਉਹ ਹੀ ਇਸ ਮਾਇਆ ਦੇ ਮੋਹ 'ਚੋਂ ਬਾਹਰ ਨਿਕਲ ਸਕਦੇ ਹਨ। ਜਿਸ ਤਰ੍ਹਾਂ 4 ਗੁਣ ਮੰਨੇ ਗਏ ਹਨ ਦੁਨੀਆ ਵਿੱਚ, ਰਜ ਤਮ ਸਤ ਕਲ ਤੇਰੀ ਛਾਇਆ, ਰਜੋ ਤਮੋ ਸਤੋ, ਅਤੇ ਕਲ ਚੌਥਾ ਗੁਣ ਹੈ। ਰਜ ਤਮ ਸਤ ਕਲ ਤੇਰੀ ਛਾਇਆ, ਚੌਥਾ ਗੁਣ ਪਰਮ ਪਦ ਪਾਇਆ। ਇਹ ਜਿਹੜਾ ਚੌਥਾ ਗੁਣ ਹੈ, ਇਹੋ ਹੀ ਸਾਨੂੰ ਪਰਮ ਪਦਵੀ ਪਰਮੇਸ਼ਰ ਦੇ ਵਿੱਚ ਮਿਲਾਉਣ ਦੇ ਕਾਬਲ ਹੈ। ਬਾਕੀ ਤਿੰਨੇ ਗੁਣ ਜੀਵ ਨੂੰ ਮਾਇਆ ਵਿੱਚ ਰੱਖਦੇ ਆ, ਸ੍ਰਿਸ਼ਟੀ ਵਿੱਚ ਰੱਖਦੇ ਆ, ਜੰਮਣ ਮਰਨ ਵਿੱਚ ਰੱਖਦੇ ਆ। ਕੇਵਲ ਤੇ ਕੇਵਲ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਕਲਾ ਜਿਤ ਕਰ ਧਾਰੀ ਆ। ਉਹ ਕਲ ਵਾਲਾ ਗੁਣ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਗੁਰੂ ਦੀ ਕਿਰਪਾ ਦੇ ਨਾਲ। ਗੁਰ ਪ੍ਰਸਾਦੀ ਕੋ ਵਿਰਲਾ ਬੁੱਝੈ, ਚੌਥੇ ਪਦ ਲਿਵ ਲਾਵਣਿਆ, ਜਿਨ੍ਹਾਂ ਨੇ ਤਿੰਨਾਂ ਗੁਣਾਂ ਤੋਂ ਉੱਚੇ ਉੱਠ ਕੇ ਚੌਥੇ ਗੁਣ ਵਿੱਚ ਜਾਣਾ ਕੀਤਾ, ਉਹ ਮਾਇਆ ਦੇ ਪ੍ਰਭਾਵ 'ਚੋਂ ਨਿਕਲ ਗਏ, ਪਰਮੇਸ਼ਰ ਵਿੱਚ ਮਿਲ ਗਏ। ਕਬੀਰ ਸਾਹਿਬ ਜੀ ਕਹਿੰਦੇ, ਕਬੀਰਾ ਆਈ ਮੁਝੈ ਪਹਿ ਅਨ ਕਰੇ ਕਰ ਭੇਸ। ਇਹ ਮਾਇਆ ਮੇਰੇ 'ਤੇ ਕਈ ਰੂਪ ਧਾਰ ਕੇ ਆਈ, ਭੇਸ ਭਾ ਭੇਖ ਬਦਲ ਬਦਲ ਕੇ ਆਈ, ਕਈ ਤਰ੍ਹਾਂ ਦੇ ਰੂਪ ਧਾਰ ਕੇ ਆਈ। ਹਮ ਰਾਖੇ ਗੁਰ ਆਪਣੇ, ਮੈਨੂੰ ਮੇਰੇ ਗੁਰੂ ਨੇ ਬਚਾ ਲਿਆ। ਉਨ ਕੀਨੋ ਆਦੇਸ਼, ਮੈਂ ਉਹਨੂੰ ਦੂਰੋਂ ਹੀ ਮੱਥਾ ਟੇਕ ਦਿੱਤਾ, ਭਾਵ ਪਿੱਛੇ ਕਰ ਦਿੱਤੀ। ਇਹ ਮਾਇਆ ਗੁਰੂਆਂ ਦੇ ਕੋਲ ਵੀ ਆਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 4 ਉਦਾਸੀਆਂ ਲਾ ਕੇ ਪ੍ਰਚਾਰ ਕੀਤਾ, ਪਰ ਮਾਇਆ ਤੋਂ ਨਿਰਲੇਪ ਰਹਿ ਕੇ। ਮੋਹ ਮਾਇਆ, ਬੱਚਿਆਂ ਦੀ ਮਾਇਆ, ਇਸਤਰੀ ਦੀ ਮਾਇਆ ਅਤੇ ਪੈਸਾ ਮਾਇਆ, ਇਹ ਸਾਰੀ ਮਾਇਆ ਹੀ ਮਾਇਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮੇਂ ਦੇ ਨਾਲ ਸੰਸਾਰ ਵਿੱਚ ਵਿਚਰਨਾ ਕੀਤਾ। ਜਿੱਥੇ ਜਿੱਥੇ ਗਏ ਬਹੁਤ ਸਾਰੇ ਲੋਕਾਂ ਨੇ ਸਤਿਗੁਰਾਂ ਨੂੰ ਮਾਇਆ ਦੇ ਔਫਰਾਂ ਕੀਤੀਆਂ, ਤੁਸੀਂ ਸਾਡੇ ਕੋਲ ਰਹੋ, ਇਹ ਸਾਰਾ ਰਾਜ ਭਾਗ ਤੁਹਾਡਾ ਹੀ ਆ। ਉਹ ਤਾਂ ਪਰਮੇਸ਼ਰ ਦਾ ਹੈ ਹੀ, ਪਰ ਪਰਮੇਸ਼ਰ ਤਾਂ ਇੱਥੇ ਗੇੜਾ ਮਾਰਨ ਆਇਆ।
ਭੁੱਲਿਆਂ ਭਟਕਿਆਂ ਨੂੰ ਰਸਤੇ ਪਾਉਣ ਆਇਆ, ਉਹ ਇਸ ਮਾਇਆ ਦੇ ਕਰਕੇ ਨਹੀਂ ਆਇਆ। ਇਸ ਕਰਕੇ ਉਹਨਾਂ ਨੇ ਹਰ ਥਾਂ 'ਤੇ ਮਾਇਆ ਨੂੰ ਠੁਕਰਾ ਕੇ ਦੁਨੀਆ ਨੂੰ ਪਰਮੇਸ਼ਰ ਨਾਲ ਜੋੜਨਾ ਕੀਤਾ। ਦੂਜੇ ਜਾਮੇ ਗੁਰੂ ਅੰਗਦ ਦੇਵ ਮਹਾਰਾਜ ਜੀ, ਉਹਨਾਂ ਨੇ ਵੀ ਇਸ ਮਾਇਆ ਨੂੰ ਡਿਉੜੀ ਤੋਂ ਦੂਰ ਹੀ ਰੱਖਿਆ। ਤੀਜੇ ਪਾਤਸ਼ਾਹ ਵੇਲੇ ਵੀ ਮਾਇਆ ਨੇ ਆ ਕੇ ਬੇਨਤੀ ਕੀਤੀ ਮੈਨੂੰ ਵਰਤੋ, ਪਰ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਮਾਇਆ ਨੂੰ ਡੇਲੀ ਤੋਂ ਪਿੱਛੇ ਹੀ ਰੱਖਿਆ ਵੀ ਹਜੇ ਤੇਰੀ ਲੋੜ ਨਹੀਂ, ਠਹਿਰ। ਤੇ ਜਦ ਚੌਥਾ ਜਾਮਾ ਸਤਿਗੁਰੂ ਰਾਮਦਾਸ ਮਹਾਰਾਜ ਜੀ ਆਏ ਤੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ। ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਪੁੱਤਰਾ ਤੂੰ ਰੇਸ਼ਮੀ ਬਸਤਰ ਪਹਿਨਣੇ ਹਨ, ਸ਼ਾਹੀ ਠਾਠ ਪਹਿਨ ਕੇ ਰੱਖਣਾ, ਔਰ ਇਹ ਮਾਇਆ ਦੀ ਥੈਲੀ ਜੋ ਭਾਈ ਪਾਰੋ ਨੂੰ ਭੇਜੀ ਹੈ ਇਹ ਵੀ ਪ੍ਰਾਪਤ ਕਰੋ। ਤੇਰੇ ਘਰ ਵਿੱਚ ਹੁਣ ਮਾਇਆ ਬਹੁਤ ਆਵੇਗੀ, ਜਿਵੇਂ ਹਰਿਮੰਦਰ ਸਾਹਿਬ ਮਾਇਆ ਦਾ ਕੋਈ ਥਾਂ ਨਹੀਂ। ਤੇਰੇ ਘਰ ਵਿੱਚ ਮਾਇਆ ਬਹੁਤ ਆਵੇਗੀ, ਔਰ ਤੇਰੇ ਘਰ ਵਿੱਚ ਘੋੜੇ ਘੋੜੀਆਂ ਵੀ ਬਹੁਤ ਹੋਣਗੇ। ਆਉਣ ਵਾਲੇ ਸਮੇਂ ਨੂੰ ਵਿਚਾਰ ਕੇ ਸਤਿਗੁਰਾਂ ਨੇ ਇਹ ਬਚਨ ਚੌਥੇ ਪਾਤਸ਼ਾਹ ਜੀ ਨੂੰ ਕੀਤੇ। ਕਹਿੰਦੇ ਅਸੀਂ ਤਾਂ 2 ਕੱਪੜਿਆਂ ਵਿੱਚ ਹੀ ਸਮਾਂ ਲੰਘਾ ਲਿਆ। 4 ਚਾਦਰਾਂ ਕਹਿੰਦੇ ਗੁਰੂ ਅਮਰਦਾਸ ਜੀ ਰੱਖਦੇ ਸਨ। 2 ਚਾਦਰਾਂ ਸਰੀਰ 'ਤੇ ਪਹਿਨ ਲੈਂਦੇ, ਇੱਕ ਨੂੰ ਤੇੜ ਬੰਨ੍ਹਣਾ, ਇੱਕ ਦੀ ਗਲਾਤਰੀ ਮਾਰਨੀ, ਅਤੇ ਦੂਜੀਆਂ 2 ਚਾਦਰਾਂ ਧੋ ਕੇ ਰੱਖੀਆਂ ਹੁੰਦੀਆਂ। ਇਸ ਤਰ੍ਹਾਂ ਰੋਜ਼ਾਨਾ ਸਮਾਂ ਬੜੀ ਸਾਦਗੀ ਵਿੱਚ ਬਤੀਤ ਕੀਤਾ। ਜੇ ਭੋਜਨ ਦੀ ਗੱਲ ਕਰੀਏ ਤਾਂ ਉਹ ਵੀ ਉਹਨਾਂ ਦਾ ਅਲੂਣਾ ਦਲੀਆ। ਸੰਗਤਾਂ ਦੇ ਵਾਸਤੇ 36 ਪ੍ਰਕਾਰ ਦੇ ਭੋਜਨ ਬਣਦੇ ਆ, ਪਰ ਆਪ ਜੀ ਨੇ ਅਲੂਣਾ ਦਲੀਆ ਖਾਧਾ। ਇਸੇ ਤਰ੍ਹਾਂ ਹੀ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਅਸੀਂ ਤਾਂ ਬੜਾ ਸਾਦਾ ਜੀਵਨ ਬਤੀਤ ਕੀਤਾ, ਪਰ ਤੇਰੇ ਘਰ ਵਿੱਚ ਬਹੁਤ ਸਾਰੀ ਮਾਇਆ ਆਵੇਗੀ, ਇਸ ਮਾਇਆ ਨੂੰ ਲੇਖੇ ਵਿੱਚ ਲਾਉਣਾ। ਤਾਂ ਗੁਰੂ ਰਾਮਦਾਸ ਮਹਾਰਾਜ ਨੇ ਫਿਰ ਉਸ ਮਾਇਆ ਨੂੰ ਵਰਤ ਕੇ ਸਰੋਵਰ ਦੀ ਪਟਾਈ ਕਰਾਉਣੀ, ਔਰ ਅਸਥਾਨ ਬਣਾਉਣੇ, ਗੁਰੂ ਘਰ ਬਣਾਉਣੇ ਸ਼ੁਰੂ ਕੀਤੇ। ਉਸੇ ਤਰ੍ਹਾਂ ਹੀ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ, ਸਰੋਵਰ ਦੀ ਖੁਦਾਈ ਸੰਪੂਰਨ ਕਰਵਾ ਕੇ। ਔਰ ਇਸ ਤਰ੍ਹਾਂ ਫਿਰ ਉਸ ਮਾਇਆ ਨੂੰ ਸਤਿਗੁਰਾਂ ਨੇ ਸੇਵਾ 'ਚ ਲਾਇਆ। ਇਸ ਕਰਕੇ ਪਰ ਫਿਰ ਵੀ ਰਹੇ ਮਾਇਆ ਤੋਂ ਨਿਰਲੇਪ, ਖੁਦ ਮਾਇਆ ਦੇ ਵਿੱਚ ਪ੍ਰਵਿਰਤ ਨਹੀਂ ਹੋਏ। ਮਾਇਆ ਦੀ ਡਿਊਟੀ ਲਾਈ, ਪਰ ਆਪ ਮਾਇਆ ਤੋਂ ਉੱਚੇ ਰਹੇ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ, ਹਉ ਵਾਰੀ ਜੀਓ ਵਾਰੀ ਮਾਇਆ ਮੋਹ ਸ਼ਬਦ ਜਲਾਵਨਿਆ। ਜਿਨ੍ਹਾਂ ਨੇ ਗੁਰੂ ਦਾ ਸ਼ਬਦ ਲੈ ਕਰਕੇ, ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਕਰਕੇ ਜਪਣਾ ਕੀਤਾ ਤੇ ਮਾਇਆ ਦੇ ਮੋਹ ਨੂੰ ਸ਼ਬਦ ਨਾਲ ਜਲਾ ਦਿੱਤਾ। ਇਹਨਾਂ ਵਿਸ਼ੇ ਵਿਕਾਰਾਂ ਨੂੰ, ਮੋਹ ਮਾਇਆ ਮਮਤਾ ਨੂੰ ਸ਼ਬਦ ਦੇ ਰਾਹੀਂ ਆਪਣੇ ਜੀਵਨ ਤੋਂ ਦੂਰ ਕਰ ਦਿੱਤਾ। ਜਲਾ ਦੇਣਾ ਭਾਵ ਖਤਮ ਕਰ ਦੇਣਾ। ਉਹਨਾਂ ਨੇ ਮੋਹ ਮਮਤਾ ਤੋਂ ਉੱਚੀ ਉੱਠਣਾ ਕੀਤਾ। ਔਰ 10 ਹੀ ਜਾਮਿਆਂ ਵਿੱਚ ਆਪਾਂ ਦੇਖ ਰਹੇ ਹਾਂ ਸਤਿਗੁਰਾਂ ਦਾ ਜੀਵਨ ਸੰਸਾਰ ਤੋਂ ਨਿਰਲੇਪ ਹੈ, ਮੋਹ ਮਾਇਆ ਤੋਂ ਨਿਰਲੇਪ ਹੈ, ਪਰ ਸੰਸਾਰ ਵਾਸਤੇ ਸਾਰੇ ਕਾਰਜ ਕੀਤੇ। ਚਾਹੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦ ਹੋਣਾ, ਚਾਹੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੰਗ ਕਰਨੇ, ਫਿਰ 7ਵੇਂ ਪਾਤਸ਼ਾਹ ਨੇ ਫੌਜਾਂ ਰੱਖਣੀਆਂ, ਨਿਰਲੇਪ ਰਹਿਣਾ, ਕੋਈ ਜੰਗ ਨਾ ਕਰਨਾ। 8ਵੇਂ ਪਾਤਸ਼ਾਹ ਜੀ ਨੇ ਦਿੱਲੀ ਜਾ ਕਰਕੇ ਦਿੱਲੀ ਵਾਸੀਆਂ ਦੇ ਵਾਸਤੇ ਆਪਣੀ ਉਸ ਅਧਿਆਤਮਕ ਸ਼ਕਤੀ ਨੂੰ ਵਰਤ ਕੇ ਦਿੱਲੀ ਦੇ ਲੋਕਾਂ ਨੂੰ ਬਚਾਉਣਾ, ਉਹਨਾਂ ਦੀ ਬਿਮਾਰੀ ਆਪਣੇ ਸਰੀਰ 'ਤੇ ਲੈ ਲੈਣੀ। 9ਵੇਂ ਪਾਤਸ਼ਾਹ ਜੀ ਨੇ ਸੰਸਾਰ ਦੇ ਵਾਸਤੇ ਦਿੱਲੀ ਜਾ ਕੇ ਸ਼ਹੀਦੀ ਦੇਣੀ। ਔਰੰਗਜ਼ੇਬ ਨੂੰ, ਜ਼ਾਲਮ ਰਾਜੇ ਨੂੰ ਰੋਕਣਾ ਕੀਤਾ ਵੀ ਤੂੰ ਗਲਤ ਕਰ ਰਿਹਾ। ਇਸੇ ਤਰ੍ਹਾਂ ਹੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਾਰਾ ਹੀ ਜੀਵਨ ਅਤੇ ਸਾਰਾ ਹੀ ਪਰਿਵਾਰ ਸੰਸਾਰ ਦੇ ਲੇਖੇ ਲਾਤਾ, ਪੰਥ ਦੇ ਲੇਖੇ ਲਾਤਾ। 4 ਸਾਹਿਬਜ਼ਾਦਿਆਂ ਵਿੱਚੋਂ ਮੋਹ ਮਮਤਾ ਕਰਕੇ ਇੱਕ ਵੀ ਬੱਚਾ ਨਹੀਂ ਰੱਖਿਆ, ਚਾਰੇ ਹੀ ਸ਼ਹੀਦ ਕਰਵਾ ਦਿੱਤੇ।
ਭਾਵ ਇਹ ਮਾਇਆ ਐਸੀ ਮੋਹਣੀ ਭਾਈ, ਇਹ ਮਾਇਆ ਐਸੀ ਮੋਹਣੀ ਹੈ ਜਿਸ ਨੇ ਸਭ ਨੂੰ ਢਹਿਕਾਇਆ, ਸਭ ਨੂੰ ਭਰਮਾਇਆ। ਤੇ ਗੁਰੂ ਸਾਹਿਬ ਕਹਿੰਦੇ ਪਰ ਪਰਮੇਸ਼ਰ ਤੇ ਗੁਰੂ ਜਿਹੜਾ ਇਹ ਮਾਇਆ ਤੋਂ ਬਾਹਰ ਹੈ, ਉਹਨਾਂ ਤੇ ਇਹ ਮਾਇਆ ਨਹੀਂ। ਹਉ ਵਾਰੀ ਜੀਓ ਵਾਰੀ, ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਗੁਰ ਪ੍ਰਸਾਦੀ ਕੋ ਬਿਰਲਾ ਬੂਝੈ, ਚੌਥੇ ਪਦ ਲਿਵ ਲਾਵਣਿਆ। ਗੁਰੂ ਦੀ ਕਿਰਪਾ ਲੈ ਕੇ ਜਿਨ੍ਹਾਂ ਨੇ ਗੱਲ ਸਮਝ ਲਈ ਤੇ ਤਿੰਨਾਂ ਗੁਣਾਂ ਤੋਂ ਉੱਚੇ ਉੱਠ ਕੇ ਚੌਥੇ ਵਿੱਚ ਪ੍ਰਵਿਰਤ ਹੋ ਗਏ। ਹਉ ਵਾਰੀ ਜੀਓ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ। ਮਾਇਆ ਮੋਹ ਜਲਾਏ ਸੋ ਹਰਿ ਸਿਉ ਚਿਤ ਲਾਏ। ਇਸ ਮੋਹ ਮਾਇਆ ਮਮਤਾ ਤੋਂ ਉੱਚੇ ਉੱਠ ਕੇ ਹੀ ਮਾਲਕ ਦੇ ਨਾਲ ਧਿਆਨ ਲੱਗ ਸਕਦਾ। ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਇਸ ਮਾਇਆ ਦੇ ਮੋਹ ਨੂੰ ਤਿਆਗ ਕੇ, ਤੇ ਮਾਇਆ ਕੇਵਲ ਪੈਸੇ ਨੂੰ ਨਹੀਂ ਕਹਿੰਦੇ, ਮਾਇਆ ਬਹੁਤ ਤਰ੍ਹਾਂ ਦੀ ਹੈ। ਜੋ ਦਿਖਾਈ ਦੇ ਰਿਹਾ ਸਾਰੀ ਮਾਇਆ ਹੈ। ਇਸਤਰੀ ਵੀ ਮਾਇਆ ਹੋ ਸਕਦੀ ਹੈ, ਉਹਦੇ ਵਾਸਤੇ ਪਤੀ ਵੀ ਮਾਇਆ ਹੋ ਸਕਦਾ, ਪਤੀ ਵਾਸਤੇ ਬੱਚੇ ਵੀ ਮਾਇਆ ਹੋ ਸਕਦੇ ਆ। ਜਿਤਨੀਆਂ ਰਿਸ਼ਤੇਦਾਰੀਆਂ ਐਸਾ ਮੋਹ ਮਾਇਆ ਮਮਤਾ ਹੈ, ਤੇ ਜਿਨ੍ਹਾਂ ਨੇ ਇਹਨਾਂ 'ਚੋਂ ਆਪਣੀ ਸੁਰਤ ਨੂੰ ਕੱਢ ਕੇ ਸ਼ਬਦ ਨਾਲ ਜੋੜ ਲਿਆ ਉਹ ਬਚ ਗਏ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਮੈਂ ਬਲਿਹਾਰੇ ਜਾਵਾਂ ਮਨ ਕਰਕੇ, ਤਨ ਕਰਕੇ, ਆਤਮੇ ਕਰਕੇ, ਸਰੀਰ ਕਰਕੇ। ਹਉ ਵਾਰੀ ਜੀਉ ਵਾਰੀ, ਸਰੀਰ ਕਰਕੇ, ਜੀਉ ਵਾਰੀ, ਆਤਮਾ ਕਰਕੇ। ਬਲਿਹਾਰੇ ਜਾਵਾਂ ਮਾਇਆ ਮੋਹ ਸ਼ਬਦ ਜਲਾਵਣਿਆ। ਮਾਇਆ ਮੋਹ ਜਲਾਏ ਸੋ ਹਰਿ ਸਿਉ ਚਿਤ ਲਾਏ। ਜਿਨ੍ਹਾਂ ਨੇ ਇਸ ਮੋਹ ਮਾਇਆ ਮਮਤਾ ਤੋਂ ਉੱਚੇ ਉੱਠਣਾ ਕੀਤਾ, ਉਹਨਾਂ ਨੇ ਹੀ ਆਪਣੇ ਆਪ ਨੂੰ ਹਰੀ ਨਾਲ ਜੋੜਨਾ ਕੀਤਾ। ਉਹਨਾਂ ਦਾ ਚਿੱਤ ਹਰੀ ਨਾਲ ਲੱਗਣਾ ਹੋਇਆ। ਹਰ ਦਰ ਮਹਿਲੀ ਸੋਭਾ ਪਾਵਣਿਆ। ਜਿਨ੍ਹਾਂ ਨੇ ਮਾਤ ਲੋਕ ਵਿੱਚ ਵਿਚਰਦੇ ਹੋਏ ਆਪਣੇ ਆਪ ਨੂੰ ਪਰਮੇਸ਼ਰ ਨਾਲ ਜੋੜ ਕੇ ਰੱਖਿਆ। ਜਿਵੇਂ ਇੱਕ ਬਚਨ ਹੈ, ਪਈ ਅੜੈ ਧਨ ਕੰਤ ਸੰਭਾਲੇ। ਹੁਣ ਕੰਤ ਤਾਂ ਸਹੁਰਿਆਂ ਵਿੱਚ ਹੁੰਦਾ ਹੈ, ਤੇ ਇਸਤਰੀ ਪੇਕਿਆਂ ਵਿੱਚ ਹੋਵੇ ਤੇ ਉੱਥੇ ਵੀ ਆਪਣੇ ਬਾਲਕ ਨੂੰ ਯਾਦ ਰੱਖੇ। ਉਸੇ ਤਰ੍ਹਾਂ ਹੀ ਸਾਡਾ ਕੰਤ ਪਰਮੇਸ਼ਰ ਤਾਂ ਸੱਚਖੰਡ ਵਿੱਚ ਹੈ, ਤੇ ਅਸੀਂ ਸੰਸਾਰ ਰੂਪੀ ਪੇਕਿਆਂ ਵਿੱਚ ਹਾਂ। ਜਿੱਥੇ ਪੈਦਾ ਹੋਏ ਆ ਪੇਕੇ ਉਹੀ ਆ, ਜਿੱਥੇ ਧੀ ਪੈਦਾ ਹੁੰਦੀ ਆ ਉਹਦੇ ਪੇਕੇ ਆ। ਦੂਜੇ ਥਾਂ ਵਿਆਹ ਕੇ ਜਾਂਦੀ ਆ ਉਹਨੂੰ ਸਹੁਰੇ ਕਹਿੰਦੇ ਆ। ਇਸੇ ਤਰ੍ਹਾਂ ਹੀ ਮਾਤ ਲੋਕ ਵਿੱਚ ਆਪਾਂ ਪੈਦਾ ਹੋਏ ਤੇ ਸਾਡੇ ਪੇਕੇ ਆ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਇੱਥੇ ਰਹਿੰਦਿਆਂ ਹੋਇਆਂ ਮਾਲਕ ਨੂੰ ਯਾਦ ਰੱਖਿਆ, ਉਹ ਉਹਦੇ ਘਰ ਜਾ ਕੇ ਸ਼ੋਭਾ ਪਾਉਂਦੇ ਆ। ਮਾਇਆ ਮੋਹ ਜਲਾਏ ਸੋ ਹਰਿ ਸਿਉ ਚਿਤ ਲਾਏ। ਹਰਿ ਦਰ ਮਹਿਲੀ ਸ਼ੋਭਾ ਪਾਵਣਿਆ। ਉਹ ਹਰੀ ਦੇ ਦਰ ਤੇ ਵਡਿਆਈਆਂ ਪਾਉਂਦੇ ਆ, ਸ਼ੋਭਨੀਕ ਹੁੰਦੇ ਆ, ਚੰਗੇ ਲੱਗਦੇ ਆ। ਰਹਾਓ ਨਹੀਂ ਤਾਂ ਫਿਰ ਜਿਤਨੀ ਵੀ ਸ੍ਰਿਸ਼ਟੀ ਹੈ ਸਭ ਮਾਇਆ ਦੇ ਵਿੱਚ ਹੈ। ਦੇਵੀ ਦੇਵਾ ਮੂਲ ਹੈ ਮਾਇਆ। ਜਿੰਨੇ ਦੇਵੀ ਦੇਵਤੇ ਹੈ ਇਹਨਾਂ ਦਾ ਮੁੱਢ ਵੀ ਮਾਇਆ ਹੈ। ਇਹ ਵੀ ਮਾਇਆ ਵਿੱਚੋਂ ਪੈਦਾ ਹੋਏ ਤੇ ਮਾਇਆ ਵਿੱਚ ਹੀ ਵਿਚਰਦੇ ਹੈ। ਮਨ ਕੇ ਦੇਵਤਿਆਂ ਕੋਲੇ ਤਾਂ ਇਹ ਵੀ ਤਾਕਤ ਨਹੀਂ ਹੈਗੀ ਕਿ ਗੁਰੂ ਕੋਲੇ ਆ ਸਕਣ, ਕਿਉਂਕਿ ਗੁਰੂ ਕੋਲੇ ਮਨੁੱਖ ਬਣ ਕੇ ਆਇਆ ਜਾਣਾ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਇਹ ਜਿਹੜੀ ਸਾਡੀ ਦੇਹੀ ਹੈ, ਇਸ ਨੂੰ ਤਾਂ ਦੇਵਤੇ ਵੀ ਚਾਹੁੰਦੇ ਆ। ਤਾਂ ਤੇ ਗੁਰੂ ਪਾਤਸ਼ਾਹ ਕਹਿੰਦੇ ਕਿਉਂ ਨਾ ਇਸ ਦੇਹੀ ਦੇ ਨਾਲ ਉਸ ਪਰਮੇਸ਼ਰ ਨੂੰ ਸਿਮਰਿਆ ਜਾਵੇ। ਮਾਨਸ ਜਨਮ ਦੁਰਲਭ ਗੁਰਮੁਖ ਪਾਇਆ। ਜਿਹੜਾ ਦੁਰਲਭ ਮਨੁੱਖ ਸਾਨੂੰ ਜਾਮਾ ਮਿਲਿਆ, ਇਹ ਸਾਨੂੰ ਮਿਲਿਆ, ਦੇਵਤਿਆਂ ਕੋਲੇ ਪਾਵਰ ਨਹੀਂ ਹੈ। ਮਨੁੱਖਾ ਜਾਮਾ ਸਭ ਤੋਂ ਸ਼੍ਰੋਮਣੀ ਹੈ, ਦੇਵ ਰੂਹਾਂ ਤੋਂ ਵੀ ਸ਼੍ਰੋਮਣੀ ਹੈ। ਦੇਵ ਰੂਹਾਂ ਦੀ ਉਹਨਾਂ ਚਿਰ ਮੁਕਤੀ ਨਹੀਂ ਹੁੰਦੀ ਜਿੰਨਾ ਚਿਰ ਉਹਨਾਂ ਨੂੰ ਕੋਈ ਸਰੀਰ ਨਹੀਂ ਮਿਲਦਾ, ਤੇ ਉਹਨਾਂ ਚਿਰ ਉਹਨਾਂ ਨੂੰ ਸਰੀਰ ਨਹੀਂ ਮਿਲਦਾ ਜਿੰਨਾ ਚਿਰ ਉਹਨਾਂ ਦੀ ਤਪੱਸਿਆ ਮੁਤਾਬਕ ਥੱਲੇ ਮਾਂ ਪਿਓ ਨਹੀਂ ਪੈਦਾ ਹੁੰਦਾ। ਕੋ ਸਤਨਾਮ ਸ੍ਰੀ। ਦੇਵ ਰੂਹਾਂ ਵੀ ਉਦੋਂ ਜਨਮ ਲੈਂਦੀਆਂ ਜਦੋਂ ਉਹਨਾਂ ਦੀ ਸੋਚ ਮੁਤਾਬਕ ਦੁਨੀਆ ਵਿੱਚ ਮਾਂ ਪਿਓ ਪੈਦਾ ਹੋ ਜਾਵੇ। ਜਿਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਦੁਸ਼ਟ ਦਮਨ ਜੀ ਦਾ ਜਿਹੜਾ ਜਨਮ ਹੋਇਆ, ਧਰਤੀ ਦੇ ਉੱਤੇ ਉਹਨਾਂ ਦੇ ਮਾਤਾ ਪਿਤਾ
ਮਾਤਾ ਗੁਜਰੀ ਜੀ ਅਤੇ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਬਰਾਬਰ ਤਪੱਸਿਆ ਸੀ, ਤਾਂ ਉਸ ਰੂਹ ਨੇ ਮਾਤ ਲੋਕ ਵਿੱਚ ਆ ਕੇ ਇਹਨਾਂ ਦੇ ਘਰ ਜਨਮ ਲਿਆ। ਕਿਉਂਕਿ ਜਿਹੋ ਜਿਹਾ ਮਾਂ ਪਿਓ ਦਾ ਸੁਭਾਅ ਹੁੰਦਾ ਨਾ, ਉਹੋ ਜਿਹੇ ਬੱਚੇ ਪੈਦਾ ਹੁੰਦੇ ਆ। ਜਦੋਂ ਤਿੰਨਾਂ ਦੀ ਮੱਤ ਮਿਲਦੀ ਹੈ, ਫਿਰ ਉਹੋ ਜਿਹਾ ਬੱਚਾ ਦੁਨੀਆ ਵਿੱਚ ਆਉਂਦਾ। ਜਿਸ ਮਾਂ ਪਿਓ ਦਾ ਸੁਭਾਅ ਹੁੰਦਾ ਹੈ, ਉਹੋ ਜਿਹਾ ਬੱਚਾ ਦੁਨੀਆ ਵਿੱਚ ਪੈਦਾ ਹੁੰਦਾ। ਇਸੇ ਤਰ੍ਹਾਂ ਹੀ ਥੱਲੇ ਧੰਨ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਜੀਵਨ ਸੀ, ਦੇਖੋ ਆਪਾਂ ਬਚਪਨ ਤੋਂ ਦੇਖਦੇ ਹਾਂ, ਪਰਮੇਸ਼ਰ ਨਾਲ ਜੁੜੇ ਰਹਿੰਦੇ ਆ, ਔਰ ਜ਼ਿੰਦਗੀ ਦੇ 26 ਸਾਲ 27 ਸਾਲ ਇਹਨਾਂ ਨੇ ਬੈਠ ਕਰਕੇ ਭਜਨ ਬੰਦਗੀ ਤਪੱਸਿਆ ਕੀਤੀ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਮਾਤਾ ਗੁਜਰੀ ਜੀ ਨੇ ਉਸ ਸਮੇਂ ਦੇ ਦੌਰਾਨ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰੀ ਭਰੀ। ਉਹਨਾਂ ਨੇ ਭਜਨ ਬੰਦਗੀ ਕੀਤੀ, ਮਾਤਾ ਜੀ ਨੇ ਸੇਵਾ ਕੀਤੀ, ਤਾਂ ਇਹ ਸਮਝੋ ਕਿ ਮਾਤਾ ਦੀ ਤਪੱਸਿਆ ਵੀ ਬਰਾਬਰ ਹੈ। ਫਿਰ ਅਕਾਲ ਪੁਰਖ ਨੇ ਦੇਖਿਆ ਕਿ ਮਾਤ ਲੋਕ ਦੇ ਵਿੱਚ ਬੜਾ ਜ਼ੁਲਮ ਕਤਲੇਆਮ ਹੋ ਰਿਹਾ, ਅਤੇ ਇਸ ਨੂੰ ਰੋਕਣ ਦੇ ਲਈ ਮੈਂ ਜਿਹੜੀ ਰੂਹ ਭੇਜਣੀ ਆ, ਉਹ ਕਿਹਨੂੰ ਭੇਜਾਂ? ਅਤੇ ਫਿਰ ਪਤਾ ਲੱਗਿਆ ਵੀ ਉਹ ਦੁਸ਼ਟ ਦਮਨ ਹੈ, ਉਸੇ ਨੂੰ ਭੇਜੀਏ, ਜਿਸ ਨੇ ਪਹਿਲਾਂ ਵੀ ਪਿਛਲੇ ਯੁੱਗਾਂ ਦੇ ਵਿੱਚ ਸਮੇਂ ਸਮੇਂ 'ਤੇ ਧਰਮ ਨੂੰ ਕਾਇਮ ਕੀਤਾ ਹੈ। ਅਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਮਾਤਾ ਗੁਜਰੀ ਜੀ ਦੇ ਕੁੱਖੋਂ ਸਤਿਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ ਜਨਮ ਧਾਰਦੇ ਆ। ਇਸ ਕਰਕੇ ਦੁਨੀਆ ਵਿੱਚ ਬੱਚੇ ਉਹੋ ਜਿਹੇ ਪੈਦਾ ਹੁੰਦੇ ਆ ਜਿਹੋ ਜਿਹੇ ਸੰਸਾਰ 'ਚ ਮਾਂ ਪਿਓ ਹੁੰਦੇ ਆ। ਜਿਹੋ ਜਿਹਾ ਸਾਡਾ ਜੀਵਨ ਹੋਵੇਗਾ, ਉਹੋ ਜਿਹੀਆਂ ਰੂਹਾਂ ਸਾਡੇ ਘਰੇ ਪੈਦਾ ਹੋਣਗੀਆਂ। ਖੈਰ, ਮਨੋਬਿਰਤੀਆਂ ਉੱਥੇ ਰੱਖੀਏ। ਦੇਵੀ ਦੇਵਾ ਮੂਲ ਹੈ ਮਾਇਆ। ਜਿਹੜੇ ਦੇਵੀ ਦੇਵਤੇ ਆ, ਇਹਨਾਂ ਉੱਤੇ ਵੀ ਮਾਇਆ ਦਾ ਪ੍ਰਭਾਵ ਹੈ। ਇਹ ਵੀ ਮਾਇਆ ਤੋਂ ਬਚੇ ਨਹੀਂ। ਸਿਮਰਤ ਸ਼ਾਸਤਰ ਜਿਨੇ ਉਪਾਇਆ। ਜਿਨ੍ਹਾਂ ਰਿਸ਼ੀਆਂ ਮੁਨੀਆਂ ਨੇ ਗ੍ਰੰਥ ਲਿਖੇ, ਵੇਦ ਲਿਖੇ, ਸਿਮਰਤ ਸ਼ਾਸਤ 27 ਸਿਮਰਤੀਆਂ, 6 ਸ਼ਾਸਤਰ ਲਿਖਣ ਵਾਲੇ ਉਹ ਰਿਸ਼ੀ ਮੁਨੀ, ਉਹ ਵੀ ਕਹਿੰਦੇ ਮਾਇਆ ਤੋਂ ਬਚੇ ਨਹੀਂ। ਕਿਉਂਕਿ ਉਹਨਾਂ ਦੇ ਗ੍ਰੰਥਾਂ ਵਿੱਚੋਂ ਪਤਾ ਲੱਗਿਆ, ਜਦੋਂ ਉਹਨਾਂ ਦੀ ਲੇਖਣੀ ਵਿੱਚੋਂ ਮਾਇਆ ਦਾ ਪ੍ਰਭਾਵ ਲੱਭਦਾ। ਕਿਸੇ ਬੰਦੇ ਦੇ ਜੀਵਨ ਦਾ ਉਦੋਂ ਪਤਾ ਲੱਗ ਜਾਂਦਾ ਜਦੋਂ ਉਹ ਬੋਲਦਾ ਹੈ। ਪਾਤਸ਼ਾਹ ਕਹਿੰਦੇ, ਜਾਂ ਬੋਲਿਆ ਤਾਂ ਕੱਢਿਆ ਵਿਚਾਰ। ਜਦੋਂ ਮਨੁੱਖ ਬੋਲਦਾ ਹੈ ਤਾਂ ਉਸ ਦੇ ਅੰਦਰੂਨੋਂ ਜੀਵਨ ਦਾ ਪਤਾ ਲੱਗ ਜਾਂਦਾ ਵਿੱਚੋਂ ਕਿਹੋ ਜਿਹਾ ਹੋਵੇਗਾ। ਜਾਂ ਬੋਲਿਆ ਤਾਂ ਕੱਢਿਆ ਵਿਚਾਰ। ਪ੍ਰੀਤਮ ਜੀ ਕਹਿੰਦੇ, ਇਸੇ ਤਰ੍ਹਾਂ ਹੀ ਵੇਦਾਂ ਗ੍ਰੰਥਾਂ ਨੂੰ ਪੜ੍ਹ ਕੇ ਪਤਾ ਲੱਗਿਆ ਕਿ ਇਹਨਾਂ ਦੇ ਲਿਖਣ ਵਾਲੇ ਵੀ ਮਾਇਆ ਦੇ ਪ੍ਰਭਾਵ ਹੇਠਾਂ ਰਹੇ। ਉਹਨਾਂ 'ਤੇ ਵੀ ਮਾਇਆ ਦਾ ਪ੍ਰਭਾਵ ਰਿਹਾ। ਸਿਮਰਤ ਸ਼ਾਸਤਰ ਜਿਨ ਉਪਾਇਆ, ਉਹ ਵੀ ਮਾਇਆ ਦੇ ਪ੍ਰਭਾਵ ਵਿੱਚ। ਕਾਮ ਕ੍ਰੋਧ ਪਸਰਿਆ ਸੰਸਾਰੇ। ਸਾਰੀ ਸ੍ਰਿਸ਼ਟੀ ਦੇ ਉੱਤੇ ਮਾਇਆ ਦੇ ਇਹ ਖਾਸ ਕਰਕੇ 2 ਪੈਰੋਕਾਰ, ਕਾਮ, ਵਾਸ਼ਨਾ ਅਤੇ ਕ੍ਰੋਧ, ਦੁਨੀਆ ਵਿੱਚ ਫੈਲੇ ਹੋਏ ਨੇ। ਇਹ 5 ਵਿਕਾਰ। ਗੁਰੂ ਪਿਆਰਿਓ, ਮੱਛੀ ਨੂੰ ਚੱਟਣ ਦਾ ਵਿਕਾਰ ਹੈ। ਪੰਛੀਆਂ ਤੋਂ ਜਾਨਵਰਾਂ ਸ਼ੁਰੂ ਕਰੀਏ ਆਪਾਂ। ਮੱਖੀ ਜਿਹੜੀ ਹੈ, ਉਹਨੂੰ ਮਿੱਠੇ ਦਾ ਮੋਹ ਹੈ, ਮਿੱਠੇ ਦੇ ਮਮਤਾ ਹੈ, ਅਤੇ ਉਹ ਉੜਦੀ ਉੜਦੀ ਗੁੜ ਦੀ ਡਲੀ 'ਤੇ ਜਾ ਕੇ ਬੈਠ ਜਾਂਦੀ ਆ। ਅਤੇ ਜਦੋਂ ਉਹ ਗੁੜ ਦੀ ਡਲੀ 'ਤੇ ਬੈਠਦੀ ਆ, ਅਤੇ ਉੱਥੇ ਹੀ ਉਸ ਦੇ ਪੈਰ ਫਸ ਜਾਂਦੇ ਆ, ਉੱਥੇ ਹੀ ਉਹਦੇ ਖੰਭ ਜੁੜ ਜਾਂਦੇ ਆ ਮਿੱਠੇ ਦੇ ਨਾਲ। ਅਤੇ ਫਿਰ ਕੀ ਹੁੰਦਾ ਗੁਰੂ ਪਿਆਰਿਓ, ਜਿਸ ਵੇਲੇ ਉਹਦੇ ਖੰਭ, ਉਹਦੇ ਪੈਰ ਮਿੱਠੇ ਵਿੱਚ ਫਸ ਜਾਂਦੇ ਆ, ਉੱਥੇ ਹੀ ਮਰ ਜਾਂਦੀ ਆ। ਗਿੱਲੀ ਗਿੱਲੀ ਰੋਡੜੀ ਭੌਂਦੀ ਭਾਪਵ ਆਏ। ਗਿੱਲੀ ਰੋੜੀ ਪਈ ਆ ਗੁੜ ਦੀ, ਉੜਦੀ ਉੜਦੀ ਮੱਖੀ ਆਈ। ਗਿੱਲੀ ਗਿੱਲੀ ਰੋਡੜੀ ਭੌਂਦੀ ਭਾਪਵ ਆਏ। ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਈ। ਮੱਖੀ ਦੀ ਉਦਾਹਰਨ ਹੈ, ਗੱਲ ਬੰਦੇ ਦੀ ਆ। ਅਤੇ ਬਾਬੇ ਫਰੀਦ ਨੇ ਵੀ ਸੁਚੇਤ ਕੀਤਾ, ਫਰੀਦਾ ਇਹ ਵਿਸ ਗੰਡਲਾਂ। ਅੱਜ ਸੰਸਾਰ ਦੀ ਮੋਹ ਮਮਤਾ ਹੈ ਨਾ, ਇਹ ਐ ਸਮਝ ਲਾ ਬਾਹਰੋਂ ਸੋਹਣੀਆਂ ਲੱਗਦੀਆਂ, ਵਿੱਚੋਂ ਜ਼ਹਿਰ ਭਰਿਆ ਹੋਇਆ ਇਹਨਾਂ ਨੇ। ਫਰੀਦਾ ਇਹ ਵਿਸ ਗੰਡਲਾਂ ਧਰੀਆਂ ਖੰਡ ਲਿਵਾੜ। ਉੱਤੇ ਖੰਡ ਚੜਾਈ ਹੋਈ ਹੈ, ਮਿੱਠਾ ਚੜਾਇਆ ਹੋਇਆ, ਵਿੱਚੋਂ ਜ਼ਹਿਰ ਦੀਆਂ। ਇੱਕ ਰਾਹੇ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਕਈ ਇਹਨਾਂ ਦੇ ਵਿੱਚ ਫਸ ਕੇ ਉੱਥੇ ਹੀ ਅੜ ਗਏ, ਅਤੇ ਕਈ ਇਹਨਾਂ ਨੂੰ ਠੇਡਾ ਮਾਰ ਕੇ ਟੱਪ ਗਏ। ਠੇਡਾ ਮਾਰ ਕੇ ਹਿਲਾ ਦੇਣਾ, ਉਜਾੜ ਦੇਣਾ, ਮਤਲਬ ਠੇਡਾ ਮਾਰਨਾ, ਭਾਵ ਉਹਨਾਂ ਵਿੱਚ ਨਾ ਫਸਣਾ।
ਕਈ ਇਹਨਾਂ ਵਿੱਚੋਂ ਨਿਕਲ ਗਏ, ਜਿਨ੍ਹਾਂ 'ਤੇ ਗੁਰੂ ਦਾ ਪ੍ਰਭਾਵ ਸੀ, ਜਿਨ੍ਹਾਂ 'ਤੇ ਮਾਇਆ ਦਾ ਪ੍ਰਭਾਵ ਸੀ, ਉਹ ਇਹਨਾਂ ਵਿੱਚ ਫਸ ਗਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਇਹ ਹੈਗਾ ਪੰਛੀ ਦੇ ਉੱਤੇ ਮਾਇਆ ਦਾ ਪ੍ਰਭਾਵ। ਹੁਣ ਆਹ ਮੱਛੀ ਪਾਣੀ ਵਿੱਚ ਹੈ, ਇਹਦੇ ਉੱਤੇ ਵੀ ਮਾਇਆ ਹੈ। ਇਹਦਾ ਸੁਭਾਅ ਹੈ ਪੱਥਰ ਨੂੰ ਚੱਟਣਾ। ਇਹ ਇੱਕ ਥਾਂ ਟੇਕ ਕੇ ਨਹੀਂ ਚੱਟਦੀ, ਇੱਧਰੋਂ ਚੱਟਿਆ ਉੱਧਰ ਭੱਜੀ, ਉੱਧਰੋਂ ਚੱਟਿਆ ਉੱਧਰ ਭੱਜੀ। ਅਤੇ ਇੱਕ ਦਿਨ ਗੁਰੂ ਪਿਆਰੋ ਮੱਛੀਆਂ ਨੂੰ ਫੜਨ ਵਾਲੇ ਕੁੰਡੀ ਨਾਲ ਆਟਾ ਲਾ ਕੇ ਛੱਡ ਦਿੰਦੇ ਆ, ਅਤੇ ਗੁਰੂ ਪਿਆਰਿਓ ਮੱਛੀ ਉਸ ਨੂੰ ਵੀ ਉਵੇਂ ਮੂੰਹ ਮਾਰਦੀ ਹੈ ਜਿਵੇਂ ਪੱਥਰ ਨੂੰ ਮਾਰਦੀ ਹੈ। ਅਤੇ ਜਦੋਂ ਉਸ ਨੂੰ ਮੂੰਹ ਮਾਰਦੀ ਹੈ ਅਤੇ ਉਹ ਕੁੰਡੀ ਉਹਦੇ ਗਲ ਵਿੱਚ ਫਸ ਜਾਂਦੀ ਹੈ ਅਤੇ ਉਹਦੇ ਕਾਰਨ ਉਹ ਮਰ ਜਾਂਦੀ ਹੈ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਭੌਰੇ ਨੂੰ ਮਾਇਆ ਹੈ ਫੁੱਲਾਂ ਦੀ ਖੁਸ਼ਬੂ ਸੁੰਘਣ ਦੀ। ਉਹ ਇੱਕ ਫੁੱਲ ਵਿੱਚ ਬੈਠ ਕੇ ਨਹੀਂ ਸੁੰਘਦਾ, ਉਹ ਸਾਰੀ ਬਾੜੀ ਵਿੱਚ ਕਦੇ ਉਹ ਸੁੰਘ ਲਿਆ, ਕਦੇ ਉਹ ਸੁੰਘ ਲਿਆ, ਕਦੇ ਉਹ ਸੁੰਘ ਲਿਆ। ਐਸੀ ਆਦਤ ਪੈ ਗਈ, ਰਾਤ ਨੂੰ ਵੀ ਕਿਨਾਰੇ ਹੋ ਕੇ ਨਹੀਂ ਬਹਿੰਦਾ, ਕਹਿੰਦਾ ਚੱਲ ਕਿਸੇ ਫੁੱਲ ਵਿੱਚ ਬਹਿ ਜਾਂਦੇ ਹਾਂ, ਨਾਲੇ ਸੁੰਘੀ ਜਾਵਾਂਗੇ, ਨਾਲੇ ਬੈਠੇ ਰਹਾਂਗੇ, ਰਾਤ ਟੱਪ ਜੂ। ਪਰ ਇੱਕ ਦਿਨ ਐਸਾ ਆਉਂਦਾ ਹੈ, ਉਹ ਉਹਨਾਂ ਫੁੱਲਾਂ ਵਿੱਚ ਬਹਿ ਜਾਂਦੇ ਨੇ ਜਿਨ੍ਹਾਂ ਦਾ ਸੁਭਾਅ ਰਾਤ ਨੂੰ ਬੰਦ ਹੋਣਾ, ਅਤੇ ਉਹਨਾਂ ਦੇ ਵਿੱਚੇ ਹੀ ਜਿਹੜਾ ਹੈ ਉਹਨਾਂ ਦਾ ਸਾਹ ਘੁੱਟ ਕੇ ਮਰ ਜਾਂਦੇ ਆ। ਤੜਕੇ ਉਹਨਾਂ ਫੁੱਲਾਂ ਨੂੰ ਕਹਿੰਦੇ ਮਾਲੀ ਤੋੜ ਕੇ ਲੈ ਜਾਂਦਾ, ਤੇਲ ਵਿੱਚ ਤਲ ਦਿੰਦਾ। ਇਹ ਤਿੰਨਾਂ ਦੀ ਗੱਲ ਬਾਬੇ ਨਾਨਕ ਨੇ ਬਾਣੀ 'ਚ ਕੀਤੀ ਆ। ਭਵਰਾ ਫੂਲ ਭਵੰਤਿਆ ਦੁੱਖ ਅਤ ਭਾਰੀ ਰਾਮ, ਮੈਂ ਆਪਣਾ ਗੁਰ ਪੁੱਛਿਆ ਸਾਚਾ ਵਿਚਾਰੀ ਰਾਮ। ਵਿਚਾਰ ਸਤਿਗੁਰ ਪੁੱਛਿਆ ਭਵਰ ਬੇਲੀ ਰਾਤੋ, ਉਹ ਰਾਤ ਵਾਲਾ ਭੌਰਾ ਕਿੱਧਰ ਗਿਆ? ਮਰਦਾਨਾ ਤੇ ਬਾਬਾ ਨਾਨਕ ਜੀ ਗੱਲਬਾਤ ਕਰਦੇ ਨੇ। ਬਾਬਾ ਜੀ ਪੁੱਛਦੇ ਆ ਮਰਦਾਨਿਆ ਉਹ ਰਾਤ ਭੌਰਾ ਫਿਰਦਾ ਸੀ, ਉਹ ਕਿੱਧਰ ਗਿਆ ਜੀ? ਕਹਿੰਦੇ ਪਤਾ ਨਹੀਂ। ਕਹਿੰਦੇ ਇਹ ਫੁੱਲ ਦੇ ਵਿੱਚ ਫਸ ਗਿਆ ਅਤੇ ਉਹ ਮਰ ਗਿਆ। ਇਹ ਉਸ ਉੱਤੇ ਮਾਇਆ ਸੀ। ਇਵੇਂ ਜਿਵੇਂ ਕੁੰਚਰ ਹਾਥੀ ਨੂੰ ਕਹਿੰਦੇ ਆ, ਉਹ ਤਾਂ ਕਾਮ ਆਸ਼ਨਾ ਦੀ ਮਾਇਆ ਹੈ, ਅਤੇ ਹਾਥੀ ਜਿਹੜਾ ਹੈ ਗੁਰੂ ਪਿਆਰਿਓ ਉਸ ਨੂੰ ਫੜਿਆ ਨਹੀਂ ਜਾ ਸਕਦਾ, ਬੜਾ ਤਾਕਤਵਰ ਜਾਨਵਰ ਹੈ, ਪਰ ਕਮਜ਼ੋਰੀ ਕਰਕੇ ਉਹ ਵੀ ਫਸ ਗਿਆ। ਫੜਨ ਵਾਲਿਆਂ ਨੇ ਇੱਕ ਟੋਹਾ ਪੱਟਿਆ ਵੱਡਾ, ਉੱਤੇ ਕੱਚੀ ਛੱਤ ਪਾਈ ਔਰ ਉਹਦੇ ਉੱਤੇ ਕਾਗਜ਼ਾਂ ਦੀ ਬਣਾ ਕਰਕੇ ਇੱਕ ਹਾਥੀ ਦੀ ਆਕਾਰ ਦਾ ਫੋਟੋ ਖੜਾ ਦਿੱਤੀ, ਮਾਨੋ ਉਹਨੂੰ ਹਥਨੀ ਕਹਿ ਦਿਓ, ਹਾਥੀ ਦੇ ਹਿਸਾਬ ਨਾਲ। ਅਤੇ ਹਾਥੀ ਉਸ ਨੂੰ ਗੁਰੂ ਪਿਆਰਿਓ ਹਥਨੀ ਸਮਝ ਕੇ ਜਦ ਉਸ ਦੇ ਕੋਲ ਜਾਂਦਾ ਕਾਮ ਵਾਸ਼ਨਾ ਕਰਕੇ, ਹੁਣ ਉਹ ਤਾਂ ਕਾਗਜ਼ਾਂ ਦੀ ਹਲਕੀ ਹੈ, ਇਹਦਾ ਵੇਟ ਬਹੁਤ ਹੁੰਦਾ ਅਤੇ ਉਹ ਕੱਚੀ ਛੱਤ ਟੁੱਟ ਜਾਂਦੀ ਹੈ, ਟੋਹੇ ਵਿੱਚ ਡਿੱਗ ਜਾਂਦਾ। ਫਿਰ ਕਈ ਮਹੀਨੇ ਇਹਨੂੰ ਫੜਨ ਵਾਲੇ ਕੁਝ ਖਵਾਉਂਦੇ ਨਹੀਂ, ਅੰਦਰੋਂ ਖੁਰਾਕ ਸਾਰੀ ਖਤਮ ਹੋ ਜਾਂਦੀ ਆ, ਤਾਕਤ ਖਤਮ ਹੋ ਜਾਂਦੀ ਆ। ਫਿਰ ਟੋਹੇ ਦੇ ਵਿੱਚੋਂ ਰਸਤਾ ਬਣਾ ਕੇ ਇਹਨੂੰ ਬਾਹਰ ਕੱਢ ਲੈਂਦੇ ਆ, ਫਿਰ ਆਪਣੀ ਕੁੰਡੀ ਨਾਲ ਚਲਾਉਂਦੇ ਆ। ਐਸੀ ਹੀ ਮਾਇਆ ਇਹਨਾਂ ਨੂੰ, ਇੱਕ ਇੱਕ ਮਾਇਆ, ਕਿਸੇ ਨੂੰ ਦੇਖਣ ਦੀ ਮਾਇਆ, ਕਿਸੇ ਨੂੰ ਸੁਣਨ ਦੀ ਮਾਇਆ। ਜਿਵੇਂ ਮਿਰਗ ਹੈ, ਉਹਨੂੰ ਘੰਡੇ ਹੇੜੇ ਦੇ ਨਾਲ ਫੜਿਆ ਜਾਂਦਾ, ਘੜੇ ਦੇ ਵਿੱਚ ਇੱਕ ਰੱਸੀ ਬਰੀਕ ਲੰਬੀ ਬੰਨ੍ਹ ਕੇ ਦੂਰ ਬੈਠ ਜਾਂਦੇ ਆ ਸ਼ਿਕਾਰੀ, ਅਤੇ ਉਹਨੂੰ ਇੱਦਾਂ ਵਜਾਉਂਦੇ ਆ ਉਂਗਲ ਨਾਲ, ਉਹਦੀ ਆਵਾਜ਼ ਨਿਕਲਦੀ ਆ, ਅਤੇ ਮਿਰਗ ਉਸ ਆਵਾਜ਼ ਨੂੰ ਸੁਣ ਕਰਕੇ ਉਹਦੇ ਕੋਲੇ ਆ ਜਾਂਦਾ ਅਤੇ ਕੋਲ ਖੜ ਕੇ ਸੁਣਨ ਲੱਗ ਜਾਂਦਾ। ਇੰਨਾ ਮਸਤ ਹੋ ਜਾਂਦਾ ਕਿ ਸ਼ਿਕਾਰੀ ਜਾਂ ਤਾਂ ਉਹਨੂੰ ਤੀਰ ਮਾਰ ਕੇ ਮਾਰ ਲੈਂਦੇ ਆ, ਜਾਂ ਪਿੱਛੋਂ ਅਛੁੱਪ ਲਿਆ ਕੇ ਫੜ ਲੈਂਦੇ ਆ, ਫਾਹੀ 'ਚ ਲੈ ਲੈਂਦੇ ਆ। ਇਸ ਤਰ੍ਹਾਂ ਉਹ ਫਸ ਜਾਂਦਾ ਹੈ। ਬਾਬਾ ਜੀ ਕਹਿੰਦੇ ਇਹਨਾਂ ਪੰਜਾਂ ਦੇ ਉੱਤੇ ਇੱਕ ਇੱਕ ਮਾਇਆ ਦਾ ਪ੍ਰਭਾਵ ਹੈ, ਅਤੇ ਬੰਦੇ ਉੱਤੇ ਪੰਜਾਂ ਦਾ ਪ੍ਰਭਾਵ ਹੈ। ਬੰਦਾ ਸੁਣਨ ਕਰਕੇ ਵੀ ਫਸ ਜਾਂਦਾ, ਕਈ ਵਾਰੀ ਜੀਵ ਦੇ ਸਵਾਦਾਂ ਕਰਕੇ ਫਸ ਜਾਂਦਾ ਹੈ, ਮਾੜੀ ਸੋਚ ਕਰਕੇ ਫਸ ਜਾਂਦਾ ਹੈ, ਅੱਖਾਂ ਦੇ ਨਾਲ ਦੇਖਣ ਕਰਕੇ ਵੀ ਗਲਤ ਫਸ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਬੰਦਾ ਕਿਵੇਂ ਬਚੂਗਾ? ਇਹ ਪੰਜ ਜਾਨਵਰ ਜਿਹੜੇ ਆਪਣੇ ਇੱਕ ਗਲਤੀ ਕਰਕੇ ਨਹੀਂ ਬਚੇ, ਬੰਦਾ ਪੰਜੇ ਗਲਤੀਆਂ ਕਰਦਾ। ਪੰਚ ਦੋਖ ਅਸਾਧ ਜਾਮੈ ਤਾਕੀ ਕੇਤਕ ਆਸ, ਇਹਨੂੰ ਕਿਵੇਂ ਬਚਾਈਏ? ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁੱਖ ਪਾਵਨਿਆ। ਇਸ ਕਾਮ ਕਰਕੇ, ਕ੍ਰੋਧ ਕਰਕੇ, ਹੰਕਾਰ ਕਰਕੇ ਬੰਦਾ ਆਉਣ ਜਾਣ ਦੇ ਚੱਕਰ ਵਿੱਚ ਭਟਕਦਾ ਰਹਿੰਦਾ। ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਇਸੇ ਸੰਸਾਰ ਵਿੱਚ ਇੱਕ ਗਿਆਨ ਦਾ ਘਰ ਵੀ ਹੈ, ਧਾਰਮਿਕ ਸਥਾਨ, ਗੁਰੂ ਨਾਨਕ ਦਾ ਘਰ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਸੇ ਸੰਸਾਰ ਵਿੱਚ ਵਿਸ਼ੇ ਵਿਕਾਰ ਵੀ ਹਨ, ਅਤੇ ਇਸੇ ਸੰਸਾਰ ਵਿੱਚ ਬਚਾਉਣ ਵਾਲਾ ਗੁਰੂ ਵੀ ਆਇਆ ਹੋਇਆ। ਕਹੋ ਸਤਿਨਾਮ ਸ੍ਰੀ। ਇਹ ਤਾਂ ਬੰਦੇ ਦੀ ਮਰਜ਼ੀ ਹੈ ਨਾ। ਆ ਤੁਹਾਡੇ ਹੱਥਾਂ ਦੇ ਵਿੱਚ, ਨੌਜਵਾਨਾਂ ਦੇ ਹੱਥਾਂ ਵਿੱਚ ਮੋਬਾਈਲ ਹੈ, ਮੋਬਾਈਲ ਦੇ ਵਿੱਚ ਕਿੰਨੇ ਫੰਕਸ਼ਨ ਹੈ।
मोबाइल विच गुरबाणी दे फंक्शन भी है, कीर्तन दे फंक्शन भी है, कथा दे भी है, ते विषय विकारां दे भी है। पर जे आपां गुरु प्यारो पता लाइए, इन्हां दी गिनती करिए, तो लगभग 90% लोग बाणी वाले फंक्शन खोलते ही नहीं। कहो सतनाम श्री। गुरु नूं पुछदे ही नहीं गुरु की कहंदा, कथा कदे सुणदे नहीं, उन्होंने खोल के कीर्तन सुणदे ही नहीं, गुरबाणी देखते नहीं, विषय विकारां वाले फंक्शन खोलते हैं, तो फिर फसना ही आ। इस करके पातशाह जी कहते ये संसार जिथे विषय विकारां दा घर है, जिथे संसार कोलियां दा कोठा भी कहा। कबीर साहब जी कहते जग काजल की कोठड़ी, अंध परे तिस माहे, हों बलिहारी तिन को पैस जो निकस जाहे। मैं बलिहारे जावां उन्हां तो ਜਿਹੜੇ ਇਹਦੇ ਵਿੱਚ ਵੜ ਕੇ ਆਪਣੇ ਆਪ ਨੂੰ ਬਚਾ ਕੇ ਨਿਕਲ ਗਏ। ਜਿਵੇਂ ਕੋਲਿਆਂ ਕੋਲ ਦੀ ਆਪਾਂ ਕੱਪੜੇ ਸੰਭਾਲ ਕੇ ਟੱਪ ਜਾਂਦੇ ਆ, ਤੇ ਜੇ ਕੱਪੜੇ ਖੁੱਲ੍ਹੇ ਛੱਡ ਦਈਏ ਨਾਲ ਵੱਜ ਕੇ ਕਾਲੇ ਹੋ ਸਕਦੇ ਆ, ਹੱਥ ਵੱਜ ਸਕਦਾ, ਕਾਲਾ ਹੋ ਸਕਦਾ, ਪਰ ਤਕੜੇ ਆ ਉਹ ਜਿਹੜੇ ਬਚ ਕੇ ਟੱਪ ਗਏ ਦੁਨੀਆ 'ਚੋਂ। ਪ੍ਰੀਤਮ ਜੀ ਕਹਿੰਦੇ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰ ਪ੍ਰਸਾਦੀ ਮਨ ਵਸਾਇਆ। ਗੁਰੂ ਦੀ ਕਿਰਪਾ ਲੈ ਕੇ ਉਹ ਨਾਮ ਰੂਪੀ ਰਤਨ ਜਿਨ੍ਹਾਂ ਨੇ ਹਿਰਦੇ ਵਿੱਚ ਵਸਾ ਲਿਆ, ਮਨ ਵਿੱਚ ਵਸਾ ਲਿਆ, ਉਹ ਆਪਣੇ ਜੀਵਨ ਨੂੰ ਕਨਵਰਟ ਕਰ ਲੈਂਦੇ ਆ, ਕੰਟਰੋਲ ਕਰ ਲੈਂਦੇ ਆ, ਬਦਲ ਲੈਂਦੇ ਆ। ਜਤ ਸਤ ਸੰਜਮ ਸੱਚ ਕਮਾਵੇ, ਉਹ ਜਤ ਸਤ ਵਿੱਚ ਰਹਿੰਦੇ ਆ, ਸਬਰ ਸੰਤੋਖ ਵਿੱਚ ਰਹਿੰਦੇ ਆ, ਸੱਚ ਦੀ ਕਮਾਈ ਕਰਦੇ ਆ। ਗੁਰ ਪੂਰੈ ਨਾਮ ਧਿਆਵਣਿਆ, ਪੂਰੇ ਗੁਰੂ ਨਾਲ ਜੁੜ ਕੇ ਆਪਣਾ ਜੀਵਨ ਚੰਗਾ ਬਤੀਤ ਕਰਦੇ ਨੇ, ਉਹ ਬਚ ਜਾਂਦੇ ਐ। ਦੂਜੇ ਪਾਸੇ ਪਈ ਅੜੈ ਧਨ ਭਰਮ ਭੁਲਾਣੀ, ਦੂਜੈ ਲਾਗੀ ਫਿਰ ਪਛਤਾਣੀ। ਆ ਸੰਸਾਰ ਪੇਕੇ ਹੈ ਤੇ ਸਹੁਰੇ ਸਾਜੇ ਸੱਚਖੰਡ ਹਨ। ਜਿਵੇਂ ਬੱਚੀ ਦੇ ਪੇਕੇ ਉੱਥੇ ਆ ਜਿੱਥੇ ਮਾਂ ਪਿਓ ਕੋਲੇ ਪੈਦਾ ਹੋਈ ਆ, ਸਹੁਰੇ ਦੂਜੇ ਥਾਂ ਜਿੱਥੇ ਵਿਆਹ ਕੇ ਜਾਂਦੀ ਆ। ਹੁਣ ਪਾਤਸ਼ਾਹ ਕਹਿੰਦੇ ਇਹ ਜੀਵ ਆਤਮਾ ਸਾਡੀ ਜਿਹੜੀ ਹੈ ਨਾ, ਧਨ ਜੀਵ ਇਸਤਰੀ ਸੰਸਾਰ ਰੂਪੀ ਪੇਕਿਆਂ ਵਿੱਚ ਭਰਮਾਂ 'ਚ ਪੈ ਗਈ, ਭੁਲੇਖੇ 'ਚ ਪੈ ਗਈ, ਔਰ ਮਾਲਕ ਨੂੰ ਤਿਆਗ ਕੇ ਦੂਜੇ ਲਾਗੀ। ਜਗਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਦੋਵੇਂ ਭਾਏ ਬਗੁਚੀਐ ਗਲ ਪਈ ਸੋ ਜਮ ਕੀ ਫਾਸ। ਦੂਜੇ ਲਾਗੀ, ਮਾਲਕ ਨੂੰ ਯਾਦ ਨਹੀਂ ਕਰਦੀ, ਪੇਕਿਆਂ 'ਚ ਆ ਕੇ ਭੁੱਲ ਗਈ, ਰੱਬ ਨੂੰ ਪਰਮੇਸ਼ਰ ਨੂੰ ਭੁੱਲ ਗਈ, ਗੁਰੂ ਨੂੰ ਭੁੱਲ ਗਈ, ਮਾਲਕ ਨੂੰ ਯਾਦ ਨਹੀਂ ਕਰਦੀ। ਤੇ ਜਦੋਂ ਸਮਾਂ ਆਉਂਦਾ ਸੰਸਾਰ ਨੂੰ ਛੱਡ ਕੇ ਮਾਲਕ ਦੇ ਵੱਲ ਜਾਣ ਦਾ, ਫਿਰ ਪਛਤਾਉਂਦਾ ਜੀਵ ਕਿ ਮੈਂ ਹੁਣ ਕੀ ਕਰਾਂ, ਹੁਣ ਮੈਂ ਕਿੱਧਰ ਜਾਵਾਂ। ਕਿਉਂਕਿ ਮਰਨ ਤੋਂ ਪਹਿਲਾਂ ਪਹਿਲਾਂ ਅਸੀਂ ਉਹ ਰਸਤਾ ਜਾਣਿਆ ਨਹੀਂ ਗੁਰੂ ਕੋਲੋਂ। ਰਸਤਾ ਨਾ ਜਾਣਨ ਕਰਕੇ ਫਿਰ ਮਰਨ ਵੇਲੇ ਜਿਵੇਂ ਕੋਈ ਕਿਰਾਏਦਾਰ ਨੂੰ ਕੋਈ ਅਚਾਨਚੱਕ ਆ ਕੇ ਕਹੇ ਵੀ ਘਰ ਖਾਲੀ ਕਰ, ਅਚਾਨਚੱਕ ਹੀ ਆਉਂਦੀ ਹੈ ਨਾ ਮੌਤ ਵੀ। ਜਿਵੇਂ ਕੋਈ ਅਚਾਨਚੱਕ ਹੀ ਆ ਕੇ ਕਿਰਾਏਦਾਰ ਨੂੰ ਕਹੇ ਵੀ ਘਰ ਖਾਲੀ ਕਰ ਸਾਡਾ, ਤਾਂ ਉਹ ਕਹਿੰਦਾ ਯਾਰ ਮੈਨੂੰ ਟਾਈਮ ਦੇਣਾ ਸੀਗਾ, ਮੈਨੂੰ ਮਹੀਨਾ ਪਹਿਲਾਂ ਦੱਸਦਾ, ਮੈਂ ਕੋਈ ਇੰਤਜ਼ਾਮ ਹੋਰ ਕਰ ਲੈਂਦਾ। ਤੇ ਸਾਨੂੰ ਵੀ ਮੌਤ ਨੇ ਟਾਈਮ ਨਹੀਂ ਦੇਣਾਗਾ, ਉਸੇ ਤਰ੍ਹਾਂ ਹੀ ਹਾਂ ਟਾਈਮ ਦਿੱਤਾ ਹੈ। ਪਾਤਸ਼ਾਹ ਜੀ ਕਹਿੰਦੇ ਚੇਤਨ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਆ ਤੇਰੇ ਹੱਥ ਵਿੱਚ ਦਿਨ ਆ ਗਿਆ ਤਾਂ ਜਪ ਲਾ, ਸ਼ਾਇਦ ਸ਼ਾਮ ਤੱਕ ਰਵੇਂ ਜਾਂ ਨਾ ਰਵੇਂ। ਚੱਲ ਜੇ ਸ਼ਾਮ ਆ ਗਈ ਹੈ, ਰਾਤ ਮਿਲ ਗਈ ਹੈ, ਤੇ ਰਾਤ ਨੂੰ ਜਪ ਲਾ, ਪਤਾ ਨਹੀਂ ਕਦੋਂ ਮੌਤ ਆ ਜੇ। ਚੇਤਨ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਛਿਨ ਛਿਨ ਔਧ ਵਿਹਾਤ ਹੈ, ਫੂਟੇ ਘਟ ਜੋ ਪਾਣੀ। ਹਰ ਗੁਣ ਗਾਹੇ ਨ ਗਾਵਈ, ਮੂਰਖ ਅਗਿਆਨਾ। ਝੂਠੈ ਲਾਲਚ ਲਾ ਕੇ ਨਹਿ ਮਰਨ ਪਛਾਨਾ। ਅਜਹੂ ਕੱਛ ਵਿਗੜਿਓ ਨਹੀਂ, ਜਿੰਨਾ ਚਿਰ ਤੇਰੇ ਅੰਦਰ ਸਵਾਸ ਚੱਲਦਾ, ਹਜੇ ਕੁਛ ਨਹੀਂ ਵਿਗੜਿਆ ਤੇਰਾ। ਅਜਹੂ ਕੱਛ ਵਿਗੜਿਓ ਨਹੀਂ, ਜੋ ਹਰ ਗੁਣ ਗਾਵੈ। ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਖੈਰ ਆਪਾਂ ਚੌਥੇ ਪਰੇ ਦੀ ਆਖਰੀ ਪੰਕਤੀ ਪੜ੍ਹੀਏ, ਫਿਰ ਸਮਾਪਤੀ ਕਰਾਂਗੇ। ਦੂਜਾ ਲਾਗੀ ਫਿਰ ਪਛਤਾਣੀ, ਹਲਤ ਪਲਤ ਦੋਵੇਂ ਗਵਾਏ। ਲੋਕ ਵੀ ਖਰਾਬ ਕਰ ਲਿਆ, ਸਮਾਂ ਸਮਾਪਤ ਹੋ ਗਿਆ ਤੇ ਪਰਲੋਕ ਵਿੱਚ ਪਹੁੰਚਿਆ ਨਹੀਂ। ਕੋ ਸਤਨਾਮ ਸੱਚਖੰਡ ਵਿੱਚ ਪਹੁੰਚਿਆ ਨਹੀਂ। ਲੋਕ ਵਿੱਚੋਂ ਮਨੁੱਖਾ ਜਨਮ ਛੱਡਣਾ ਪੈ ਗਿਆ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਤੇ ਤੀਜਾ ਰਸਤਾ ਫਿਰ ਕਿਹੜਾ ਹੈ? ਟੇਢੀਆਂ ਜੂਨਾਂ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲੇ ਦੇ ਸੰਜਰੀਆ। ਫਿਰ ਇਹ ਰਸਤੇ ਟੇਢੀਆਂ ਜੂਨਾਂ ਵਿੱਚ ਜੀਵ ਆਤਮਾ ਚਲੀ ਜਾਂਦੀ ਆ। ਤਾਂ ਫਿਰ ਇਹ ਸੀ ਚੌਥਾ ਪਰਾ। ਫਿਰ ਅੱਗੇ ਪਾਤਸ਼ਾਹ ਕਹਿੰਦੇ ਸਾਨੂੰ ਕਰਨਾ ਕੀ ਚਾਹੀਦਾ? ਪਈ ਅੜੈ ਧਨ ਕੰਤ ਸੰਭਾਲੇ। ਇਹ ਜੀਵ ਆਤਮਾ ਇੱਥੇ ਰਹਿੰਦੀ ਹੋਈ ਮਾਲਕ ਨੂੰ ਯਾਦ ਰੱਖੇ, ਗੁਰ ਪ੍ਰਸਾਦੀ ਵੇਖੈ, ਨਾਲੇ ਗੁਰੂ ਦੀ ਕਿਰਪਾ ਲੈ ਕੇ ਉਹਨੂੰ ਆਪਣੇ ਨਾਲ ਸਮਝੇ।
ਪਿਰਕੈ ਸਹਿਜ ਰਹਿ ਰੰਗ ਰਾਤੀ, ਉਹਦੇ ਰੰਗ ਵਿੱਚ ਰੰਗੀ ਰਹੇ। ਸ਼ਬਦ ਸ਼ਿੰਗਾਰ ਬਣਾਵਣਿਆ, ਜਿਵੇਂ ਇਸਤਰੀ ਪਤੀ ਨੂੰ ਖੁਸ਼ ਕਰਨ ਵਾਸਤੇ ਸ਼ਿੰਗਾਰ ਗਹਿਣਿਆਂ ਦਾ ਕਰਦੀ ਹੈ, ਤੂੰ ਮਾਲਕ ਨੂੰ ਖੁਸ਼ ਕਰਨ ਵਾਸਤੇ ਸ਼ਿੰਗਾਰ ਕਰਿਆ ਕਰ ਸ਼ਬਦ ਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਸ਼ਬਦ ਦਾ ਸ਼ਿੰਗਾਰ ਕਰ, ਤੇਰਾ ਮਾਲਕ ਤੇਰੇ ਤੇ ਖੁਸ਼ ਹੋਵੇਗਾ ਤੇ ਤੈਨੂੰ ਆਪਣੇ ਵਿੱਚ ਮਿਲਾ ਲਵੇਗਾ। ਇਸੀ 4 ਪਦਿਆਂ ਦੀ ਵਿਚਾਰ, ਰਹਿੰਦੇ 4 ਪਦਿਆਂ ਦੇ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ, ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।